ਪਿਛਲੇ ਮਹੀਨੇ ਮੈਨੂੰ ਸਾਡੇ ਇੱਕ ਰਿਸ਼ਤੇਦਾਰ ਦਾ ਨਾ ਬੜੀ ਡਿਸਟਰਬਿੰਗ ਕਾਲ ਆਇਆ। ਅਨਫੋਰਚੂਨੇਟਲੀ ਮੇਰੇ ਇੱਕ ਕਜ਼ਨ ਨੂੰ ਹਾਰਟ ਅਟੈਕ ਆਇਆ ਸੀ ਤੇ ਉਹ ਇਹ ਅਟੈਕ ਸਰਵਾਈਵ ਨਹੀਂ ਕਰ ਪਾਇਆ ਤੇ ਜਦੋਂ ਉਹਨਾਂ ਦੀ ਫੈਮਿਲੀ ਨੇ ਇੰਸ਼ੋਰੈਂਸ ਕਲੇਮ ਲਈ ਅਪਲਾਈ ਕੀਤਾ ਤਾਂ ਕੰਪਨੀ ਨੇ ਕਲੇਮ ਰਿਜੈਕਟ ਕਰਤਾ, ਇਹ ਕਹਿੰਦੇ ਹੋਏ ਕਿ ਸਾਡੇ ਕੋਲ ਜਿਹੜੀਆਂ ਡਿਟੇਲਸ ਨੇ ਉਹ ਇਨਕਰੈਕਟ ਨੇ, ਸਾਨੂੰ ਫੈਮਿਲੀ ਦੀ ਹਿਸਟਰੀ ਪਹਿਲਾਂ ਚੰਗੇ ਤਰੀਕੇ ਨਾਲ ਡਿਕਲੇਅਰ ਨਹੀਂ ਕੀਤੀ ਗਈ ਤੇ ਇਸ ਚੀਜ਼ ਦੇ ਰਿਗਾਰਡਿੰਗ ਸਲਾਹ ਲੈਣ ਲਈ ਉਹਨਾਂ ਨੇ ਮੈਨੂੰ ਕਾਲ ਕੀਤਾ। ਮੈਂ ਉਹਨਾਂ ਦੀ ਐਪਲੀਕੇਸ਼ਨ ਦੇਖੀ ਤੇ ਪਤਾ ਲੱਗਿਆ ਕਿ ਉਹਨਾਂ ਨੂੰ ਪਾਲਿਸੀ ਵੇਚਦੇ ਟਾਈਮ ਨਾ ਕਾਫੀ ਸਾਰੇ ਝੂਠ ਬੋਲੇ ਗਏ ਸੀ। ਇਨ ਸ਼ਾਰਟ ਇੰਸ਼ੋਰੈਂਸ ਏਜੰਟ ਨੇ ਉਹਨਾਂ ਦਾ ਬੇਵਕੂਫ ਬਣਾਇਆ ਸੀ। ਸੱਚ ਦੱਸਾਂ ਤਾਂ ਮੈਂ ਇਦਾਂ ਦੇ ਕਾਫੀ ਸਾਰੇ ਕੇਸਿਸ ਦੇਖੇ ਆ ਜਿੱਥੇ ਇਹ ਇੰਸ਼ੋਰੈਂਸ ਏਜੰਟ ਆਪਣੇ ਟਾਰਗੇਟ ਅਚੀਵ ਕਰਨ ਦੇ ਲਈ ਨਾ ਕੁਝ ਵੀ ਕਮਿਟਮੈਂਟ ਕਰ ਦਿੰਦੇ ਆ ਤੇ ਬਸ ਇੰਨਾ ਕਹਿ ਕੇ ਪਾਲਿਸੀ ਵੇਚ ਜਾਂਦੇ ਆ, ਬਾਅਦ ਚ ਫਸਦਾ ਕੌਣ ਹੈ? ਵਿਚਾਰੀਆਂ ਇਨੋਸੈਂਟ ਫੈਮਿਲੀਜ਼। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਨਾਂ ਇੰਸ਼ੋਰੈਂਸ ਏਜੰਟਾਂ ਦੀਆਂ ਨਾ ਸਾਰੀਆਂ ਟ੍ਰਿਕਸ ਰਿਵੀਲ ਕਰਨ ਵਾਲਾ ਤਾਂ ਕਿ ਸਾਡੇ ਵਿਊਵਰਸ ਤਾਂ ਘੱਟੋ ਘੱਟ ਇਹਨਾਂ ਦੀਆਂ ਸਕੀਮਾਂ 'ਚ ਨਾ ਫਸਣ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਮੇਰੇ ਰਿਲੇਟਿਵਸ ਦੀ ਤਰ੍ਹਾਂ ਜੇਕਰ ਤੁਹਾਡੇ ਤੇ ਕੋਈ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ ਜਾਂ ਫਿਰ ਇਦਾਂ ਦੀ ਸਿਚੁਏਸ਼ਨ 'ਚ ਫਸ ਗਏ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ। ਇਨ ਸ਼ਾਰਟ ਇਸ ਵੀਡੀਓ ਦੇ ਵਿੱਚ ਤੁਹਾਨੂੰ ਲਾਈਫ ਇੰਸ਼ੋਰੈਂਸ ਪਲਾਨ ਬਾਰੇ A to Z ਗਾਈਡੈਂਸ ਮਿਲਣ ਵਾਲੀ ਹੈ। ਲਾਈਫ ਇੰਸ਼ੋਰੈਂਸ ਦੀ A to Z ਗਾਈਡੈਂਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਮੈਂ ਆਪਣੇ ਰਿਲੇਟਿਵਸ ਦੀ ਹੈਲਪ ਕਿਵੇਂ ਕਰੀ ਤੇ ਜੇਕਰ ਤੁਹਾਡੇ ਤੇ ਇਹ ਸਿਚੁਏਸ਼ਨ ਆਉਂਦੀ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ। ਤਾਂ ਦੇਖੋ ਕਿਤੇ ਨਾ ਕਿਤੇ ਇੱਥੇ ਇੰਸ਼ੋਰੈਂਸ ਕੰਪਨੀ ਵੀ ਸਹੀ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਫੈਮਿਲੀ ਹਿਸਟਰੀ ਡਿਕਲੇਅਰ ਹੀ ਨਹੀਂ ਕੀਤੀ ਗਈ ਤੇ ਉਹਨਾਂ ਕੋਲ ਮਲਟੀਪਲ ਪਾਲਿਸੀਜ਼ ਸੀ। ਇਹ ਪਹਿਲਾਂ ਹੀ ਕੰਪਨੀ ਨੂੰ ਦੱਸਣਾ ਚਾਹੀਦਾ ਸੀ, ਪਰ ਦੂਜੇ ਪਾਸੇ ਜਿਹੜੇ ਮੇਰੇ ਰਿਲੇਟਿਵ ਸੀ ਉਹਨਾਂ ਨੂੰ ਕਿਸੇ ਨੇ ਇਹ ਗੱਲ ਦੱਸੀ ਨਹੀਂ। ਆਈਡੀਅਲੀ ਇਹ ਏਜੰਟ ਦੀ ਰਿਸਪੌਂਸਿਬਿਲਟੀ ਬਣਦੀ ਸੀ, ਪਰ ਏਜੰਟ ਨੂੰ ਤਾਂ ਆਪਦੇ ਕਮਿਸ਼ਨ ਦੀ ਪਈ ਸੀ। ਹੁਣ ਜੇਕਰ ਤੁਸੀਂ ਕੋਈ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਫਸੇ ਹੋ ਤਾਂ ਇੰਸ਼ੋਰੈਂਸ ਐਕਟ ਦਾ ਇੱਕ ਪ੍ਰੋਵੀਜ਼ਨ ਹੈ ਸੈਕਸ਼ਨ 45। ਇਸ ਸੈਕਸ਼ਨ ਦੇ ਅੰਡਰ ਜੇਕਰ ਤੁਹਾਨੂੰ ਆਪਣੇ ਇੰਸ਼ੋਰੈਂਸ ਦਾ ਪ੍ਰੀਮੀਅਮ ਭਰਦੇ ਹੋਏ 3 ਸਾਲ ਹੋ ਚੁੱਕਿਆ ਹੈ ਤੇ ਕੰਪਨੀ ਨੇ ਹਜੇ ਤੱਕ ਕੋਈ ਸਵਾਲ ਨਹੀਂ ਪੁੱਛਿਆ ਤਾਂ ਇੰਸ਼ੋਰੈਂਸ ਕੰਪਨੀ ਕਿਸੇ ਵੀ ਕੰਡੀਸ਼ਨ ਦੇ ਅੰਡਰ ਹੁਣ ਤੁਹਾਡੀ ਇੰਸ਼ੋਰੈਂਸ ਰਿਜੈਕਟ ਨਹੀਂ ਕਰ ਸਕਦੀ। ਬਟ ਇਹ ਸੈਕਸ਼ਨ 45 ਇੰਨਾ ਸਟ੍ਰੇਟ ਫਾਰਵਰਡ ਵੀ ਨਹੀਂ ਹੈ, ਇਹਦੇ ਵਿੱਚ ਕੁਝ ਬਰੀਕੀਆਂ ਵੀ ਨੇ। ਇਹਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ ਜੇਕਰ ਇਹ ਐਸਟੈਬਲਿਸ਼ ਕਰਤਾ ਕਿ ਇੰਸ਼ੋਰੈਂਸ ਲੈਣ ਦੇ ਟਾਈਮ ਕੋਈ ਵੀ ਮਟੀਰੀਅਲਿਸਟਿਕ ਇਨਫੋਰਮੇਸ਼ਨ ਜਿਵੇਂ ਕਿ ਫੈਮਿਲੀ ਹਿਸਟਰੀ ਵਗੈਰਾ ਜਾਣਬੁੱਝ ਕੇ ਛੁਪਾਈ ਗਈ ਹੈ ਤਾਂ ਕੰਪਨੀ ਤੁਹਾਡਾ ਕਲੇਮ ਰਿਜੈਕਟ ਕਰ ਸਕਦੀ ਹੈ। ਬਟ ਇਹ ਰਿਜੈਕਸ਼ਨ ਦੇਣ ਦੇ ਲਈ ਕੰਪਨੀ ਨੂੰ ਇਹ ਪ੍ਰੂਵ ਕਰਨਾ ਪਏਗਾ ਕਿ ਇਹ ਇਨਫੋਰਮੇਸ਼ਨ ਜਾਣਬੁੱਝ ਕੇ ਛੁਪਾਈ ਗਈ ਹੈ। ਐਨੀ ਹਾਊ ਸਾਡੇ ਕੇਸ ਦੇ ਵਿੱਚ ਇਦਾਂ ਦਾ ਬਿਲਕੁਲ ਵੀ ਨਹੀਂ ਸੀ, ਸੋ ਵੀ ਹੈਵ ਡਿਸਾਈਡਡ ਟੂ ਫਾਈਲ ਫॉर ਅ ਲੀਗਲ ਪ੍ਰੋਸੀਡਿੰਗਸ। ਬਾਕੀ ਫਿਊਚਰ ਵੀਡੀਓਜ਼ ਦੇ ਵਿੱਚ ਤੁਹਾਨੂੰ ਇਸ ਕੇਸ ਬਾਰੇ ਮੈਂ ਅਪਡੇਟਸ ਦਿੰਦਾ ਰਹੂੰਗਾ। ਹੁਣ ਤੁਸੀਂ ਜਦੋਂ ਹੀ ਲਾਈਫ ਇੰਸ਼ੋਰੈਂਸ ਲੈਣ ਬਾਰੇ ਸੋਚਦੇ ਹੋ ਤੇ ਤੁਹਾਨੂੰ ਲਾਈਫ ਇੰਸ਼ੋਰੈਂਸ ਏਜੰਟ ਦਾ ਕਾਲ ਆਉਂਦਾ ਤਾਂ ਤੁਹਾਨੂੰ ਅਲੱਗ-ਅਲੱਗ ਲਾਈਫ ਇੰਸ਼ੋਰੈਂਸ ਪਲਾਨਸ ਬਾਰੇ ਦੱਸਣ ਲੱਗ ਜਾਂਦਾ ਤੇ ਆਮ ਸ਼ੋਰ ਕਿ ਤੁਹਾਡੇ ਚੋਂ 99% ਲੋਕਾਂ ਨੂੰ ਇਹ ਨਹੀਂ ਪਤਾ ਹੋਏਗਾ ਕਿ ਲਾਈਫ ਇੰਸ਼ੋਰੈਂਸ 9 ਅਲੱਗ-ਅਲੱਗ ਤਰੀਕਿਆਂ ਦੀ ਹੁੰਦੀ ਹੈ। ਹੁਣ ਇਹਦੇ ਵਿੱਚ ਕੈਟਾਗਰੀ ਵਾਈਜ਼ ਏਜੰਟ ਦਾ ਅਲੱਗ-ਅਲੱਗ ਕਮਿਸ਼ਨ ਹੁੰਦਾ ਹੈ। ਫੋਰ ਐਗਜ਼ਾਮਪਲ ਮਨੀ ਬੈਕ ਐਂਡ ਯੂਨਿਟ ਲਿੰਕਡ ਇੰਸ਼ੋਰੈਂਸ ਦੇ ਵਿੱਚ ਜਨਰਲੀ ਥੋੜਾ ਜ਼ਿਆਦਾ ਕਮਿਸ਼ਨ ਹੁੰਦਾ ਹੈ ਤੇ ਟਰਮ ਇੰਸ਼ੋਰੈਂਸ ਦੇ ਵਿੱਚ ਸਭ ਤੋਂ ਘੱਟ ਕਮਿਸ਼ਨ ਹੁੰਦਾ ਹੈ। ਹੁਣ ਇੱਥੇ ਨੈਚੁਰਲ ਜੀ ਗੱਲ ਹੈ ਕਿ ਏਜੰਟ ਤੁਹਾਨੂੰ ਉਹੀ ਇੰਸ਼ੋਰੈਂਸ ਲੈਣ ਲਈ ਪੁਸ਼ ਕਰੇਗਾ ਜਿਹਦੇ ਵਿੱਚ ਉਹਦਾ ਵੱਧ ਤੋਂ ਵੱਧ ਕਮਿਸ਼ਨ ਬਣਦਾ। ਹੁਣ ਤੁਹਾਨੂੰ ਇੱਕ ਪਲੇਨ ਤੇ ਸਿੰਪਲ ਇੰਸ਼ੋਰੈਂਸ ਚਾਹੀਦੀ ਹੈ ਜਿਹਦੇ ਵਿੱਚ ਕਿਸੇ ਵੀ ਇਵੈਂਚੁਅਲਿਟੀ ਤੇ ਤੁਹਾਡੀ ਫੈਮਿਲੀ ਨੂੰ ਇੱਕ ਵਧੀਆ ਅਮਾਉਂਟ ਮਿਲ ਜੇ ਤਾਂ ਟਰਮ ਇੰਸ਼ੋਰੈਂਸ ਇੱਕ ਵਧੀਆ ਲਾਈਫ ਇੰਸ਼ੋਰੈਂਸ ਹੁੰਦੀ ਹੈ। ਅਗਲਾ ਪੁਆਇੰਟ ਹੁੰਦਾ ਕਿ ਇਹ ਇੰਸ਼ੋਰੈਂਸ ਏਜੰਟਸ ਤੁਹਾਨੂੰ ਮਿਸਗਾਈਡ ਕਰਦੇ ਆ ਕਿ ਤੁਹਾਨੂੰ ਲਾਈਫ ਇੰਸ਼ੋਰੈਂਸ ਦਾ ਕਿੰਨੇ ਸਾਲ ਦਾ ਕਵਰ ਲੈਣਾ ਚਾਹੀਦਾ ਹੈ। ਜਨਰਲੀ ਇਹ ਤੁਹਾਨੂੰ ਇਹੀ ਕਹਿਣਗੇ ਕਿ ਜਿੰਨਾ ਮੈਕਸਿਮਮ ਹੋ ਸਕਦਾ ਨਾ 19 ਸਾਲ ਦਾ ਕਵਰ ਲੈ ਲਓ। ਉਹ ਇਦਾਂ ਇਸ ਲਈ ਕਹਿੰਦੇ ਆ ਕਿ ਜਿੰਨੀ ਜ਼ਿਆਦਾ ਦੇਰ ਤੱਕ ਤੁਹਾਡੀ ਪਾਲਿਸੀ ਚੱਲੇਗੀ ਤੁਹਾਡੇ ਪ੍ਰੀਮੀਅਮ ਦੇ ਵਿੱਚੋਂ ਉਹਨਾਂ ਨੂੰ ਕਮਿਸ਼ਨ ਆਉਂਦਾ ਰਹੇਗਾ। ਬਟ ਮੇਰੀ ਰეკਮੈਂਡੇਸ਼ਨ ਦੇ ਅਕੋਰਡਿੰਗ ਤੁਹਾਨੂੰ 65 ਤੋਂ 70 ਸਾਲ ਦੀ ਉਮਰ ਤੱਕ ਹੀ ਕਵਰ ਲੈਣਾ ਚਾਹੀਦਾ ਹੈ ਕਿਉਂਕਿ ਉਸ ਤੋਂ ਬਾਅਦ ਜਦੋਂ ਤੁਸੀਂ 65-70 ਸਾਲ ਦੇ ਹੋ ਜਾਓਗੇ ਤੁਹਾਡੇ ਬੱਚੇ ਵੱਡੇ ਹੋ ਜਾਣਗੇ, ਉਹ ਵੀ ਕਮਾਉਣ ਲੱਗ ਜਾਣਗੇ ਤੇ ਹੋਪਫੁਲੀ ਤੁਸੀਂ ਵੀ ਇੰਨਾ ਕਿ ਇੱਕ ਰਿਟਾਇਰਮੈਂਟ ਕਾਰਪਸ ਜੋੜ ਲਿਆ ਹੋਵੇਗਾ ਜੋ ਤੁਹਾਡੇ ਸਪਾਊਸ ਨੂੰ ਕਵਰ ਕਰ ਦੇਗਾ। ਸੋ ਉਸ ਤੋਂ ਬਾਅਦ ਤੁਹਾਡੀ ਲਾਈਫ ਇੰਸ਼ੋਰੈਂਸ ਦੀ ਕੋਈ ਇੰਨੀ ਵੈਲਿਊ ਨਹੀਂ ਰਹਿੰਦੀ। ਹੁਣ ਅਗਲਾ ਪੁਆਇੰਟ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੰਸ਼ੋਰੈਂਸ ਲੈਣ ਦੇ ਟਾਈਮ ਤੁਹਾਨੂੰ ਕੰਪਨੀ ਨੂੰ ਆਪਣੀ ਸਾਰੀ ਇਨਫੋਰਮੇਸ਼ਨ ਖੁੱਲ੍ਹ ਕੇ ਦੱਸਣੀ ਚਾਹੀਦੀ ਹੈ। ਤੁਸੀਂ ਸਮੋਕਿੰਗ ਕਰਦੇ ਹੋ ਜਾਂ ਨਹੀਂ ਕਰਦੇ, ਤੁਹਾਡੀ ਹੈਲਥ ਹਿਸਟਰੀ, ਤੁਹਾਡੀ ਫੈਮਿਲੀ ਦੀ ਹੈਲਥ ਹਿਸਟਰੀ ਬਰੀਫ ਦੇ ਵਿੱਚ ਦੱਸਣੀ ਚਾਹੀਦੀ ਹੈ। ਜੇਕਰ ਤੁਸੀਂ ਕਿਸੇ ਸਪੈਸੀਫਿਕ ਟਾਈਪ ਦੀ ਮੈਡੀਕੇਸ਼ਨ ਲੈ ਰਹੇ ਹੋ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਖੁੱਲ੍ਹ ਕੇ ਦੱਸਣੀਆਂ ਚਾਹੀਦੀਆਂ ਨੇ। ਹੁਣ ਇੱਥੇ ਵੀ ਜੇਕਰ ਤੁਸੀਂ ਏਜੰਟਾਂ ਤੋਂ ਪੁੱਛੋਗੇ ਤਾਂ ਏਜੰਟ ਕਹਿਣਗੇ ਕਿ ਇੰਨਾ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਉਹ ਇਦਾਂ ਇਸ ਲਈ ਕਹਿੰਦੇ ਆ ਕਿਉਂਕਿ ਇਸ ਚੀਜ਼ ਦੇ ਨਾਲ ਤੁਹਾਡੇ ਰਿਜੈਕਸ਼ਨ ਦੇ ਚਾਂਸਸ ਵੱਧ ਜਾਂਦੇ ਆ ਤੇ ਰਿਜੈਕਸ਼ਨ ਹੋਏਗੀ ਤਾਂ ਉਹਨਾਂ ਦਾ ਕਮਿਸ਼ਨ ਗਿਆ। ਬਟ ਇੰਨੇ ਸਾਲ ਪ੍ਰੀਮੀਅਮ ਦੇਣ ਤੋਂ ਬਾਅਦ ਕੋਰਟ ਕਚਹਿਰੀ ਦੇ ਚੱਕਰ ਲਾਉਣ ਤੋਂ ਵਧੀਆ ਕਿ ਕੰਪਨੀ ਪਹਿਲਾਂ ਹੀ ਰਿਜੈਕਟ ਕਰ ਦੇ। ਅਗਲਾ ਪੁਆਇੰਟ ਉਹ ਵਾਲਾ ਜਿੱਥੇ ਮੈਕਸਿਮਮ ਏਜੰਟ ਤੁਹਾਨੂੰ ਗਲਤੀ ਗਾਈਡ ਕਰਨਗੇ। ਅਸਲ ਦੇ ਵਿੱਚ ਤੁਹਾਨੂੰ ਉਹ ਪਾਲਿਸੀਜ਼ ਵੇਚਦੇ ਨੇ ਜੋ ਕੰਪਨੀਆਂ ਇੰਨੀਆਂ ਵਧੀਆ ਹੈ ਹੀ ਨਹੀਂ ਹੈ। ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੇ ਏਜੰਟਸ ਹੁੰਦੇ ਆ ਨਾ ਇਹ ਮਲਟੀਪਲ ਕੰਪਨੀਆਂ ਨਾਲ ਇੰਪੈਨਲਡ ਹੁੰਦੇ ਆ। ਸੋ ਨਾਰਮਲ ਜੀ ਗੱਲ ਹੈ ਤੁਹਾਨੂੰ ਉਸੇ ਕੰਪਨੀ ਦੇ ਇੰਸ਼ੋਰੈਂਸ ਵੇਚਣਗੇ ਜਿੱਥੇ ਉਹਨਾਂ ਦਾ ਕਮਿਸ਼ਨ ਸਭ ਤੋਂ ਵੱਧ ਹੈ, ਪਰ ਤੁਸੀਂ ਇਹ ਗਲਤੀ ਨਹੀਂ ਕਰਨੀ। ਆਈਡੀਅਲੀ ਤੁਹਾਨੂੰ ਉਹ ਕੰਪਨੀ ਸਿਲੈਕਟ ਕਰਨੀ ਚਾਹੀਦੀ ਹੈ ਜਿਹਦਾ ਕਲੇਮ ਸੈਟਲਮੈਂਟ ਰੇਸ਼ੋ ਵਧੀਆ ਹੋਵੇ, ਜਿਹੜੀ ਘੱਟ ਪੋਸੀਬਲ ਟਾਈਮ ਦੇ ਵਿੱਚ ਤੁਹਾਨੂੰ ਕਲੇਮ ਦੇ ਦੇ, ਜਿਹਦੇ ਕੋਲ ਵਧੀਆ ਐਡ ਔਨ ਕਵਰਸ ਹੋਣ ਤੇ ਜਿਹਦਾ ਪ੍ਰੀਮੀਅਮ ਥੋੜਾ ਘੱਟ ਹੋਵੇ। ਹੁਣ ਜਦੋਂ ਰਾਈਡਰਸ ਦੀ ਗੱਲ ਆਉਂਦੀ ਹੈ ਤਾਂ ਇੱਥੇ ਵੀ ਕਾਫੀ ਸਾਰੇ ਏਜੰਟਸ ਤੁਹਾਨੂੰ ਮਿਸਗਾਈਡ ਕਰਦੇ ਆ ਤਾਂ ਇਸ ਪੁਆਇੰਟ ਨੂੰ ਨਾ ਥੋੜਾ ਡਿਟੇਲ 'ਚ ਦੇਖ ਲੈਂਦੇ ਆ। ਲਾਈਫ ਇੰਸ਼ੋਰੈਂਸ ਦੇ ਨਾਲ ਤੁਹਾਨੂੰ 20 ਤੋਂ 25 ਟਾਈਪ ਦੇ ਐਡ ਔਨ ਕਵਰਸ ਮਿਲਦੇ ਆ। ਹੁਣ ਉਹਨਾਂ 'ਚੋਂ ਕਿਹੜਾ ਲੈਣਾ ਚਾਹੀਦਾ ਕਿਹੜਾ ਨਹੀਂ ਲੈਣਾ ਚਾਹੀਦਾ ਅਸੀਂ ਇਸੇ 'ਚ ਕਨਫਿਊਜ਼ ਹੋ ਜਾਂਦੇ ਆ, ਪਰ ਇਹ 5 ਇਦਾਂ ਦੇ ਰਾਈਡਰਸ ਨੇ ਜਿਨ੍ਹਾਂ ਨੂੰ ਤੁਹਾਨੂੰ ਸੀਰੀਅਸਲੀ ਕੰਸੀਡਰ ਕਰਨਾ ਚਾਹੀਦਾ ਹੈ। ਪਹਿਲੇ ਨੰਬਰ ਤੇ ਆਉਂਦਾ ਲਾਈਫ ਸਟੇਜ ਬੈਨੀਫਿਟ। ਜੇਕਰ ਵੈਸੇ ਟਰਮ ਇੰਸ਼ੋਰੈਂਸ ਨੂੰ ਦੇਖਿਆ ਜਾਵੇ ਤਾਂ ਨੇਚਰ ਵਾਈਜ਼ ਇਹ ਕਾਫੀ ਰਿਜਿਡ ਹੁੰਦੀ ਆ। ਮਤਲਬ ਕਿ ਤੁਸੀਂ ਇੱਕ ਵਾਰੀ ਆਪਣਾ ਪ੍ਰੀਮੀਅਮ ਫਿਕਸ ਕਰ ਲਿਆ ਤਾਂ ਤੁਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ। ਬਟ ਲਾਈਫ ਸਟੇਜ ਬੈਨੀਫਿਟ ਦੇ ਨਾਲ ਤੁਹਾਨੂੰ ਕੰਪਨੀ ਆਪਸ਼ਨ ਦਿੰਦੀ ਹੈ ਕਿ ਤੁਸੀਂ ਆਪਣੇ ਕਵਰ ਦਾ ਇੱਕ ਸਰਟਨ ਅਮਾਊਂਟ ਨਾਲ ਕੁਝ ਲਾਈਫ ਇਵੈਂਟਸ ਤੇ ਇਨਕਰੀਜ਼ ਕਰ ਸਕਦੇ ਹੋ। ਹੁਣ ਉਹ ਲਾਈਫ ਇਵੈਂਟਸ ਕਿਹੜੇ ਹੋ ਸਕਦੇ ਆ? ਫੋਰ ਐਗਜ਼ਾਮਪਲ ਮੈਰਿਜ ਦੇ ਟਾਈਮ ਜਾਂ ਫਿਰ ਬੱਚਿਆਂ ਦੇ ਟਾਈਮ। ਸੈਕੰਡ ਪੁਆਇੰਟ ਹੈ ਕ੍ਰਿਟੀਕਲ ਕੇਅਰ ਇਲਨੈਸ। ਹੁਣ ਵੈਸੇ ਤਾਂ ਇਹ ਵਾਲਾ ਰਾਈਡਰ ਤੁਹਾਨੂੰ ਹੈਲਥ ਇੰਸ਼ੋਰੈਂਸ ਦੇ ਵਿੱਚ ਵੀ ਮਿਲ ਜਾਂਦਾ ਹੈ, ਬਟ ਸਾਡੇ ਅਕੋਰਡਿੰਗ ਇਹ ਵਾਲਾ ਰਾਈਡਰ ਤੁਹਾਨੂੰ ਟਰਮ ਇੰਸ਼ੋਰੈਂਸ ਦੇ ਨਾਲ ਵੀ ਲੈ ਹੀ ਲੈਣਾ ਚਾਹੀਦਾ ਕਿਉਂਕਿ ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਫਿਕਸ ਰਹਿੰਦਾ ਹੈ ਬਟ ਹੈਲਥ ਇੰਸ਼ੋਰੈਂਸ ਦਾ ਪ੍ਰੀਮੀਅਮ ਹਰ 2-3 ਸਾਲ ਬਾਅਦ ਵਧਾ ਦਿੱਤਾ ਜਾਂਦਾ ਹੈ। ਸੋ ਤੁਹਾਨੂੰ ਉਹ ਵਾਲੀ ਪਾਲਿਸੀ ਚੂਜ਼ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਮੈਕਸਿਮਮ ਕ੍ਰਿਟੀਕਲ ਇਲਨੈਸ ਕਵਰ ਹੋਵੇ। ਤੀਸਰਾ ਪੁਆਇੰਟ ਹੈ ਵੇਵਰ ਆਫ ਪ੍ਰੀਮੀਅਮ। ਇਸ ਰਾਈਡਰ ਦੇ ਨਾਲ ਰੱਬ ਨਾ ਕਰੇ ਕੁਝ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਕਿ ਤੁਸੀਂ ਜੌਬ ਨਾ ਕਰ ਪਾਓ ਜਾਂ ਫਿਰ ਤੁਸੀਂ ਬੈੱਡ ਤੋਂ ਹੀ ਨਾ ਉੱਠ ਪਾਓ ਤਾਂ ਇਸ ਰਾਈਡਰ ਦੇ ਚੱਲਦੇ ਹੋਏ ਤੁਹਾਡੇ ਫਿਊਚਰ ਪ੍ਰੀਮੀਅਮਸ ਵੇਵ ਆਫ ਹੋ ਜਾਣਗੇ ਤੇ ਤੁਹਾਡੀ ਪਾਲਿਸੀ ਉਸੇ ਤਰੀਕੇ ਨਾਲ ਚੱਲਦੀ ਰਹੇਗੀ। ਇਸ ਤੋਂ ਇਲਾਵਾ ਐਕਸੀਡੈਂਟਲ ਡੈਥ ਬੈਨੀਫਿਟ ਤਾਂ ਲੈ ਹੀ ਲੈਣਾ ਚਾਹੀਦਾ। ਇਹ ਤੁਹਾਡੀ ਪਾਲਿਸੀ ਨੂੰ ਹੋਰ ਵੀ ਸੁਪਰ ਸਿਕਿਉਰ ਬਣਾ ਦਿੰਦਾ ਹੈ। ਜੇਕਰ ਤੁਸੀਂ ਇਹਨਾਂ ਸਟੈਪਸ ਨੂੰ ਸਹੀ ਤਰੀਕੇ ਨਾਲ ਫੋਲੋ ਕਰਦੇ ਹੋ ਤਾਂ ਹੀ
ਹੀ ਤੁਸੀਂ ਇੱਕ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਸਕਦੇ ਹੋ। ਤੇ ਜੇਕਰ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈ ਰਿਸਰਚ ਕਰਨ ਦਾ ਤਾਂ ਤੁਸੀਂ ਸਾਡੀ ਇਹ ਵਾਲੀ ਵੀਡੀਓ ਦੇਖ ਸਕਦੇ ਹੋ, ਜਿੱਥੇ ਅਸੀਂ ਕੁਝ ਵਧੀਆ ਇੰਸ਼ੋਰੈਂਸ ਕੰਪਨੀਆਂ ਤੇ ਉਹਨਾਂ ਦੀਆਂ ਵਧੀਆ ਪਾਲਿਸੀ ਸੁਜੈਸਟ ਕੀਤੀਆਂ ਨੇ। ਜਾ ਕੇ ਵੀਡੀਓ ਨੂੰ ਚੈੱਕ ਜ਼ਰੂਰ ਕਰਿਓ। ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣਾ ਫੀਡਬੈਕ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਬੀ ਕਿਫਾਇਤੀ।